Dear student, today we are going to discuss very important topic gravitational field and intensity of gravitational field. ਇਹ ਦੋ ਟੌਪਿਕ ਜਿਹੜੇ ਨੇ ਅੱਜ ਅਸੀਂ ਇਹਨਾਂ ਨੂੰ ਡਿਸਕਸ ਕਰਨਾ ਹੈ। ਬਹੁਤ ਹੀ ਇੰਪੋਰਟੈਂਟ ਟੌਪਿਕ ਨੇ ਤੇ ਕਾਫੀ ਜਿਹੜੇ ਨੇ ਇਹ ਸਿੰਪਲ ਨੇ ਟੌਪਿਕ। ਇਹਦੇ ਉੱਪਰ ਹੀ ਸਾਡੇ ਜਿਹੜੇ ਨੈਕਸਟ ਟੌਪਿਕਸ ਜਿਹੜੇ ਹੋਣਗੇ ਉਹ ਡਿਪੈਂਡ ਕਰਨਗੇ। ਸਭ ਨਾਲੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਵਾਟ ਇਜ਼ ਗ੍ਰੈਵੀਟੇਸ਼ਨਲ ਫੀਲਡ। ਜਦੋਂ ਅਸੀਂ ਗ੍ਰੈਵੀਟੇਸ਼ਨ ਵਾਲਾ ਚੈਪਟਰ ਸਟਾਰਟ ਕੀਤਾ ਸੀ ਤੇ ਫਸਟ ਲੈਕਚਰ 'ਚ ਅਸੀਂ ਕੀ ਡਿਸਕਸ ਕੀਤਾ ਸੀ ਕਿ ਜਦੋਂ ਵੀ ਅਸੀਂ ਕਿਸੇ ਬੋਡੀ ਨੂੰ ਸਰਫੇਸ ਆਫ ਅਰਥ ਤੋਂ ਵਰਟੀਕਲੀ ਅਪਵਰਡ ਸੁੱਟਦੇ ਹਾਂ then what happen, the body come back to the surface of earth again। ਉਹ ਬੋਡੀ ਜਿਹੜੀ ਹੈ ਸਰਫੇਸ ਆਫ ਅਰਥ ਉੱਪਰ ਵਾਪਸ ਆ ਜਾਂਦੀ ਹੈ। ਕਿਉਂ? ਕਿਉਂਕਿ ਹਰ ਇੱਕ ਬੋਡੀ ਨੂੰ ਅਰਥ ਜਿਹੜੀ ਹੈ ਆਪਣੇ ਸੈਂਟਰ ਵੱਲ ਜਿਹੜੀ ਹੈ ਉਹਨੂੰ ਉਹ ਅਟਰੈਕਟ ਕਰਦੀ ਹੈ। ਨਾਓ ਇਸ ਗ੍ਰੈਵੀਟੇਸ਼ਨਲ ਫੀਲਡ ਨੂੰ ਡਿਸਕਸ ਕਰਨ ਦੇ ਲਈ ਸਭ ਨਾਲੋਂ ਪਹਿਲਾਂ ਅਸੀਂ ਇੱਕ ਐਗਜ਼ਾਮਪਲ ਲੈਣੇ ਆ, ਉਥੋਂ ਤੁਹਾਨੂੰ ਇਹ ਗ੍ਰੈਵੀਟੇਸ਼ਨ ਫੀਲਡ ਜਿਹੜਾ ਹੈ ਚੰਗੇ ਤਰ੍ਹਾਂ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ। ਮੰਨ ਲਓ ਸਾਡੇ ਕੋਲ ਇੱਕ ਮੈਗਨੇਟ ਹੈ, ਜਿਸ ਤਰ੍ਹਾਂ ਬੇਟਾ ਅਸੀਂ ਪੜ੍ਹਿਆ ਹੀ ਹੈ ਮੈਗਨੇਟ ਦੇ ਦੋ ਪੋਲ ਹੁੰਦੇ ਆ, ਇੱਕ ਨਾਰਥ ਪੋਲ ਤੇ ਇੱਕ ਸਾਊਥ ਪੋਲ। ਇਸ ਮੈਗਨੇਟ ਦੇ ਲਾਗੇ ਮੈਂ ਕੋਈ ਆ ਪੁਆਇੰਟ ਹੈਗਾ A, ਇਸ ਮੈਗਨੇਟ ਦੇ ਲਾਗੇ ਮੈਂ ਇੱਕ ਨੇਲ ਰੱਖ ਦੇਣਾ ਬੇਟਾ, ਇੱਕ ਛੋਟਾ ਜਿਹਾ ਨੇਲ ਆਇਰਨ ਦਾ ਜਿਹੜਾ ਹੈ, ਲੋਹੇ ਦਾ ਕੋਈ ਵੀ ਚੀਜ਼ ਹੈ ਟੁਕੜਾ, ਕੋਈ ਲੋਹੇ ਦਾ ਪੀਸ, ਕੋਈ ਨੇਲ ਲੈ ਲਓ, ਇਸ ਬਿਲਕੁਲ ਮੈਗਨੇਟ ਦੇ ਨੀਅਰ ਐਟ ਪੁਆਇੰਟ A ਤੇ ਰੱਖ ਦੇਣਾ ਹੈ। ਦੈਨ ਵਾਟ ਵਿਲ ਹੈਪਨ, ਤੁਸੀਂ ਦੇਖੋਗੇ ਕਿ ਜਿਹੜੀ ਆ ਮੈਗਨੇਟ ਹੈ ਇਸ ਆਇਰਨ ਦੇ ਪੀਸ ਨੂੰ ਜਾਂ ਨੇਲ ਨੂੰ ਆਪਣੇ ਵੱਲ ਕੀ ਕਰੇਗੀ, ਅਟਰੈਕਟ ਕਰੇਗੀ। ਜਿਹੜਾ ਨੇਲ ਹੈ ਇਹਦੇ ਵੱਲ ਜਿਹੜਾ ਹੈ ਉਹ ਅਟਰੈਕਟ ਹੋ ਜਾਏਗਾ। ਉਸ ਤੋਂ ਬਾਅਦ ਮੈਂ ਕੀ ਕੀਤਾ, ਜੇ ਨੇਲ ਅਟਰੈਕਟ ਹੋ ਗਿਆ ਮੈਂ ਨੇਲ ਨੂੰ ਜਿਹੜਾ ਹੈ ਪਿੱਛੇ ਕਰ ਦਿੱਤਾ। ਕਿਹੜੇ ਪੁਆਇੰਟ ਤੇ ਲੈ ਗਿਆ ਮੈਂ, ਇਸ ਨੇਲ ਨੂੰ, ਇਹ ਸਾਡਾ ਨੇਲ ਹੈ, ਇਸ ਨੇਲ ਨੂੰ ਜਿਹੜਾ ਆਇਰਨ ਦਾ ਇਹਨੂੰ ਮੈਂ B ਪੁਆਇੰਟ ਤੇ ਲੈ ਗਿਆ, ਥੋੜਾ ਦੂਰ ਕਰਤਾ। ਮੈਂ ਦੇਖਿਆ ਨੇਲ ਜਿਹੜਾ ਹੈ ਫਿਰ ਦੁਬਾਰਾ ਜਿਹੜਾ ਹੈ ਇਹਦੇ ਨਾਲ ਅਟਰੈਕਟ ਹੋ ਗਿਆ। ਇਹਦਾ ਮਤਲਬ ਜਿਹੜੀ ਮੈਗਨੇਟ ਦਾ ਇਫੈਕਟ A ਤੇ ਵੀ ਸੀਗਾ ਤੇ B ਤੱਕ ਵੀ ਜਿਹੜਾ ਹੈ ਮੈਗਨੇਟ ਦਾ ਅਸਰ ਪਿਆ, ਕਿਉਂਕਿ ਮੈਗਨੇਟ ਨੇ ਆਪਣੇ ਵੱਲ ਉਹਨੂੰ ਖਿੱਚ ਲਿਆ। ਇਹਦਾ ਮਤਲਬ ਮੈਗਨੇਟ ਦਾ ਇਫੈਕਟ B ਪੁਆਇੰਟ ਤੱਕ ਵੀ ਹੈ। ਤੇ ਜਦੋਂ ਮੈਂ ਨੇਲ ਨੂੰ ਜਸਟ ਥੋੜਾ ਹੀ ਪਿੱਛੇ ਕੀਤਾ ਅਪ ਟੂ ਪੁਆਇੰਟ C, ਮੈਂ C ਪੁਆਇੰਟ ਤੇ ਕੀਤਾ, ਥੋੜਾ ਜਿਹਾ ਨੇਲ ਨੂੰ ਪਿੱਛੇ ਕੀਤਾ ਐਟ ਪੁਆਇੰਟ C, ਤੇ ਮੈਂ ਦੇਖਿਆ ਕਿ ਜਿਹੜਾ ਮੇਰਾ ਨੇਲ ਹੈ ਉਹ ਅਟਰੈਕਟ ਨਹੀਂ ਹੋਇਆ, ਉਹ ਅਟਰੈਕਟ ਨਹੀਂ ਹੋਇਆ, ਮੈਗਨੇਟ ਉਹਨੂੰ ਨਹੀਂ ਖਿੱਚ ਪਾਈ। ਇਹਦਾ ਮਤਲਬ ਮੈਗਨੇਟ ਦਾ ਇਫੈਕਟ ਕਿਹੜੇ ਪੁਆਇੰਟ ਤੱਕ ਸੀਗਾ, ਮੈਗਨੇਟ ਦਾ ਇਫੈਕਟ ਸੀਗਾ ਸਾਡਾ ਅਪ ਟੂ ਪੁਆਇੰਟ B ਤੱਕ ਸੀਗਾ। ਇਹਦਾ ਮਤਲਬ ਜੇਕਰ ਇਸ ਜਗ੍ਹਾ ਦੇ ਅੰਦਰ ਅੰਦਰ ਮੈਗਨੇਟ ਤੋਂ ਲੈ ਕੇ B ਤੱਕ ਜਿੱਥੇ ਮਰਜ਼ੀ ਤੁਸੀਂ ਨੇਲ ਰੱਖੋਗੇ ਤੇ ਕੀ ਹੋਏਗਾ, ਉਹ ਨੇਲ ਮੈਗਨੇਟ ਦੇ ਨਾਲ ਜਿਹੜਾ ਹੈ ਉਹ ਅਟਰੈਕਟ ਹੋ ਜਾਏਗਾ। ਤੇ ਜੇ ਮੈਗਨੇਟ ਨੂੰ ਅਸੀਂ ਸੈਂਟਰ ਮੰਨ ਲਈਏ ਤੇ ਇਹਨੂੰ ਅਸੀਂ ਰੇਡੀਅਸ ਮੰਨ ਕੇ ਇਹਦੇ ਆਲੇ ਦੁਆਲੇ ਇੱਕ ਸਪੇਸ ਡਰਾ ਕਰ ਦਈਏ ਇਹ ਸਾਰੇ ਪਾਸੇ, ਇਹਦਾ ਮਤਲਬ ਜਿੱਥੇ ਮਰਜ਼ੀ ਤੁਸੀਂ ਨੇਲ ਰੱਖੋਗੇ C ਤੇ D ਤੇ H ਤੇ ਜਿਹੜੇ ਮਰਜ਼ੀ ਪੁਆਇੰਟ ਤੇ ਨੇਲ ਰੱਖੋਗੇ ਤੇ ਨੇਲ ਜਿਹੜਾ ਹੈ ਉਹ ਮੈਗਨੇਟ ਵੱਲ ਅਟਰੈਕਟ ਹੋਏਗਾ। ਤੇ ਇਹ ਜਿਹੜੀ ਸਪੇਸ ਹੈ ਕਿਹਦੇ ਦੁਆਲੇ, ਮੈਗਨੇਟ ਦੇ ਦੁਆਲੇ ਜਿਹੜੀ ਸਪੇਸ ਜਿਹਦਾ ਜਿੱਥੋਂ ਤੱਕ ਇਫੈਕਟ ਦੇਖਿਆ ਜਾ ਸਕਦਾ ਹੈ, ਉਹ ਸਪੇਸ ਅਰਾਊਂਡ ਦਾ ਮੈਗਨੇਟ ਜਿਹਦੇ ਵਿੱਚ ਮੈਗਨੇਟ ਦਾ ਇਫੈਕਟ ਦੇਖਿਆ ਜਾ ਸਕਦਾ ਹੈ ਕਿ ਮੈਗਨੇਟ ਦਾ ਅਸਰ ਇੱਥੋਂ ਤੱਕ ਹੈ, ਉਸ ਸਪੇਸ ਨੂੰ ਅਸੀਂ ਬੋਲਦੇ ਹਾਂ ਮੈਗਨੈਟਿਕ ਫੀਲਡ। ਉਸ ਨੂੰ ਅਸੀਂ ਬੋਲਦੇ ਹਾਂ ਮੈਗਨੈਟਿਕ ਫੀਲਡ। ਇਹ ਤੁਸੀਂ 10th ਕਲਾਸ ਚ ਬੇਟਾ ਡਿਸਕਸ ਕੀਤਾ ਹੈ। ਤੇ ਜੇ ਮੈਂ ਇੱਥੇ ਨੇਲ ਰੱਖੂੰਗਾ, ਕੋਈ ਪੁਆਇੰਟ ਹੈ ਮੇਰਾ P, ਇੱਥੇ ਰੱਖਾਂਗਾ ਨੇਲ, ਦੈਨ ਕੀ ਨੇਲ ਅਟਰੈਕਟ ਹੋਏਗਾ? ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਕਿਉਂਕਿ ਸਾਡਾ ਨੇਲ ਮੈਗਨੈਟਿਕ ਫੀਲਡ ਤੋਂ ਬਾਹਰ ਚਲਾ ਗਿਆ, ਇੱਥੇ ਮੈਗਨੇਟ ਦਾ ਅਸਰ ਨਹੀਂ ਹੈ। ਆ ਜਿਹੜੀ ਸਪੇਸ ਹੈ ਇਹਦੇ ਅੰਦਰ ਅੰਦਰ
ਜਿੱਥੋਂ ਤੱਕ ਇਹਦਾ ਅਸਰ ਪੈ ਰਿਹਾ ਉਸ ਨੂੰ ਅਸੀਂ ਬੋਲਦੇ ਹਾਂ ਮੈਗਨੈਟਿਕ ਫੀਲਡ। ਸਿਮਿਲਰਲੀ ਜੇ ਅਸੀਂ ਅਰਥ ਦੀ ਗੱਲ ਕਰੀਏ, ਅਰਥ ਵੀ ਜਿਹੜੀ ਹੈ ਹਰ ਇੱਕ ਚੀਜ਼ ਨੂੰ ਆਪਣੇ ਸੈਂਟਰ ਵੱਲ ਜਿਹੜੀ ਹੈ ਅਟਰੈਕਟ ਕਰਦੀ ਹੈ। ਇਹਦਾ ਮਤਲਬ ਜਿੱਥੋਂ ਤੱਕ ਅਰਥ ਦਾ ਕਿਸੇ ਦੂਸਰੀ ਬਾਡੀ ਦੇ ਉੱਪਰ ਇਫੈਕਟ ਦੇਖਿਆ ਜਾ ਸਕਦਾ ਹੈ, ਉਹ ਅਰਥ ਦਾ ਸਾਡਾ ਗ੍ਰੈਵੀਟੇਸ਼ਨਲ ਫੀਲਡ ਹੋਏਗਾ। ਜਿੱਥੋਂ ਤੱਕ ਅਰਥ ਦੂਸਰੀ ਬਾਡੀ ਨੂੰ ਖਿੱਚ ਲੇਗੀ, ਇਹਦਾ ਮਤਲਬ ਉੱਥੋਂ ਤੱਕ ਅਰਥ ਦਾ ਆਪਣਾ ਫੀਲਡ ਹੈ, ਐਂਡ ਦੈਟ ਫੀਲਡ ਇਜ਼ ਕਾਲਡ ਗ੍ਰੈਵੀਟੇਸ਼ਨਲ ਫੀਲਡ। ਹਾਂਜੀ ਬੇਟਾ ਕਲੀਅਰ ਹੋ ਗਿਆ। ਜਦੋਂ ਅਸੀਂ ਬਾਡੀ ਤਾਂ ਸੁੱਟਦੇ ਹਾਂ, ਬੜੀ ਤੇਜ਼ ਅਸੀਂ ਪੱਥਰ ਤਾਂ ਸੁੱਟਿਆ, ਜਾਂ ਅਸੀਂ ਗਨ ਜਿਹੜੀ ਹੈ ਫਾਇਰ ਕਰ ਦਿੰਦੇ ਹਾਂ ਉੱਪਰ ਨੂੰ, ਤੁਸੀਂ ਦੇਖਿਆ ਬੁਲਟ ਜਿਹੜੀ ਹੈ ਉਹ ਵਾਪਸ ਆ ਹੀ ਜਾਂਦੀ ਹੈ। ਉਹਦਾ ਕਾਰਨ ਕਿਉਂਕਿ ਉਹ ਜਿਹੜੀ ਬੁਲਟ ਹੈ ਉਹ ਗ੍ਰੈਵੀਟੇਸ਼ਨਲ ਫੀਲਡ ਦੇ ਅੰਦਰ ਤੱਕ ਹੀ ਰਹੀ ਹੈ, ਬਾਹਰ ਨਹੀਂ ਗਈ, ਕਿਉਂਕਿ ਫਿਰ ਵਾਪਸ ਅਰਥ ਨੇ ਉਹਨੂੰ ਆਪਣੇ ਵੱਲ ਜਿਹੜਾ ਹੈ ਉਹ ਅਟਰੈਕਟ ਕਰ ਲਿਆ। ਸਾਡੇ ਕੋਲ ਜਿਹੜੀ ਇੰਨੀ ਤਾਕਤ ਹੀ ਨਹੀਂ ਹੈਗੀ ਕਿ ਜਿਹੜਾ ਅਸੀਂ ਪੱਥਰ ਜਿਹੜਾ ਹੈ ਉਹ ਗ੍ਰੈਵੀਟੇਸ਼ਨਲ ਫੀਲਡ ਤੋਂ ਬਾਹਰ ਸੁੱਟ ਦਈਏ। ਜਿੰਨੀ ਦੇਰ ਤੱਕ ਅਸੀਂ ਗ੍ਰੈਵੀਟੇਸ਼ਨ ਫੀਲਡ ਦੇ ਅੰਦਰ ਰਵਾਂਗੇ, ਉਹ ਬਾਡੀ ਜਿਹੜੀ ਹੈ ਵਾਪਸ ਜਿਹੜੀ ਹੈ ਸਰਫੇਸ ਆਫ ਅਰਥ ਦੇ ਉੱਪਰ ਉਹਨੇ ਵਾਪਸ ਆ ਹੀ ਜਾਣਾ ਹੈ। ਆਈ ਥਿੰਕ ਤੁਹਾਨੂੰ ਕਲੀਅਰ। ਆਓ ਇਹਦੀ ਪਹਿਲਾਂ ਅਸੀਂ ਜਿਹੜਾ ਹੈ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਵਾਟ ਇਜ਼ ਗ੍ਰੈਵੀਟੇਸ਼ਨਲ ਫੀਲਡ? ਦੀ ਸਪੇਸ, ਹਾਂਜੀ ਕਿਹਦੇ ਦੁਆਲੇ ਸਪੇਸ? ਅਰਾਊਂਡ ਦਾ ਮਟੀਰੀਅਲ ਬਾਡੀ, ਕੋਈ ਵੀ ਬਾਡੀ, ਕਿਉਂਕਿ ਨਿਊਟਨ ਲਾਅ ਦੇ ਅਕੋਰਡਿੰਗ ਹਰ ਇੱਕ ਬਾਡੀ ਦੂਸਰੀ ਬਾਡੀ ਨੂੰ ਅਟਰੈਕਟ ਕਰਦੀ ਹੈ। ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ, ਤੁਹਾਡੇ ਕਮਰੇ ਵਿੱਚ ਐਲਮੀਰਾ ਹੈ, ਉਹ ਦੂਸਰੀ ਜਿਹੜੀ ਚੇਅਰ ਲਾਗੇ ਆ ਐਲਮੀਰਾ ਉਹਨੂੰ ਅਟਰੈਕਟ ਕਰੇਗੀ ਜੇਕਰ ਉਹ ਉਹਦੇ ਗ੍ਰੈਵੀਟੇਸ਼ਨ ਫੀਲਡ ਦੇ ਅੰਦਰ ਹੈ, ਬਟ ਥੱਲੇ ਫ੍ਰਿਕਸ਼ਨ ਕਰਕੇ ਉਹ ਅਟਰੈਕਸ਼ਨ ਨਹੀਂ ਹੋ ਰਹੀ। ਹਰ ਇੱਕ ਮਟੀਰੀਅਲ ਬਾਡੀ ਦੇ ਆਲੇ ਦੁਆਲੇ ਇੱਕ ਸਪੇਸ in which its gravitational pull can be experienced, ਉਹ ਜਿੱਥੋਂ ਤੱਕ ਉਹ ਦੂਸਰੀ ਬਾਡੀ ਦੇ ਉੱਤੇ ਆਪਣੀ ਪੁੱਲ ਲਗਾ ਸਕੇ, ਉਹਨੂੰ ਖਿੱਚ ਸਕੇ, ਉਸ ਨੂੰ ਅਸੀਂ ਬੋਲਦੇ ਹਾਂ ਗ੍ਰੈਵੀਟੇਸ਼ਨਲ ਫੀਲਡ। ਇਹਦਾ ਮਤਲਬ ਜਿੰਨਾ ਚਿਰ ਅਸੀਂ ਗ੍ਰੈਵੀਟੇਸ਼ਨ ਫੀਲਡ ਦੇ ਅੰਦਰ ਹੈਗੇ ਆ, ਉਹਨਾਂ ਚਿਰ ਸਾਡੀ ਜਿਹੜੀ ਹੈ ਬਾਡੀ, ਠੀਕ ਹੈ, ਉਹ ਅਰਥ ਦੇ ਨਾਲ ਜਿਹੜੀ ਹੈ ਅਟਰੈਕਟ ਹੋਏਗੀ। ਇੱਥੇ ਮੈਂ ਮਟੀਰੀਅਲ ਬਾਡੀ ਲਿਖਿਆ ਹੈ। ਮਟੀਰੀਅਲ ਬਾਡੀ ਮਤਲਬ ਜਿਹੜੀ ਮਰਜ਼ੀ ਬਾਡੀ ਹੋ ਸਕਦੀ ਹੈ, ਅਰਥ ਵੀ ਹੋ ਸਕਦੀ ਹੈ। ਜਿਸ ਵੀ ਬਾਡੀ ਦਾ ਗ੍ਰੈਵੀਟੇਸ਼ਨਲ ਫੀਲਡ ਅਸੀਂ ਨਿਕਾਲਣਾ ਹੈ, ਉਹਦੇ ਆਲੇ ਦੁਆਲੇ ਜਿਹੜੀ ਸਪੇਸ ਹੁੰਦੀ, ਜਿੱਥੋਂ ਤੱਕ ਉਹਦਾ ਅਸਰ ਹੋਏਗਾ, ਉਹ ਉਹਦਾ ਜਿਹੜਾ ਹੈ ਗ੍ਰੈਵੀਟੇਸ਼ਨਲ ਜਿਹੜਾ ਹੈ ਉਹ ਫੀਲਡ ਹੁੰਦਾ। ਜੇ ਇਸੇ ਚੀਜ਼ ਨੂੰ ਤੁਸੀਂ ਜੇ ਆਪ ਥੋੜਾ ਜਿਹਾ ਚੈੱਕ ਕਰਨਾ ਚਾਹੁੰਦੇ ਹੋ ਤੇ ਦੇਖੋ, ਜਿਸ ਤਰ੍ਹਾਂ ਆਪਾਂ ਕਿਤੇ ਫਰਜ਼ ਕਰੋ ਲੋਹੜੀ ਵਾਲੇ ਦਿਨ ਜਾਂ ਅਸੀਂ ਅੱਗ ਬਾਲਦੇ ਹਾਂ, ਜਦੋਂ ਤੁਸੀਂ ਅੱਗ ਦੇ ਲਾਗੇ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਉਹਦੀ ਹੀਟਸ ਆ ਰਹੀਆਂ ਨੇ, ਇਹਦਾ ਮਤਲਬ ਉਹਦਾ ਇਫੈਕਟ ਇੱਥੋਂ ਤੱਕ ਪਹੁੰਚ ਰਿਹਾ ਹੈ। ਜਿਉਂ ਪਿੱਛੇ ਜਾਂਦੇ ਹੋ ਤੁਸੀਂ ਦੇਖਦੇ ਹੋ ਵੀ ਹਾਂ ਹੁਣ ਨਹੀਂ ਆ ਰਹੀ। ਉਹ ਸਾਰਾ ਇਸ ਤਰ੍ਹਾਂ ਹੀ ਉਹ ਆਪਣੀ ਆਬਜੈਕਟ, ਕੋਈ ਵੀ ਬਾਡੀ ਹੈ ਜਾਂ ਅਰਥ, ਉਹਦੇ ਦੁਆਲੇ ਵੀ ਇੱਕ ਫੀਲਡ ਹੁੰਦਾ ਹੈ ਜਿਹੜਾ ਉਹ ਦੂਸਰੀ ਬਾਡੀ ਹੀ ਦੱਸ ਸਕਦੀ ਹੈ ਕਿ ਫੀਲਡ ਹੈਗਾ ਕਿ ਨਹੀਂ। ਜੇ ਤੇ ਬਾਡੀ ਅਟਰੈਕਟ ਹੋ ਗਈ, ਇਹਦਾ ਮਤਲਬ ਉੱਥੇ ਗ੍ਰੈਵੀਟੇਸ਼ਨ ਫੀਲਡ ਹੈਗਾ, ਤੇ ਜੇ ਬਾਡੀ ਉਹਦੇ ਨਾਲ ਅਟਰੈਕਟ ਨਹੀਂ ਹੋਈ, ਉੱਥੇ ਗ੍ਰੈਵੀਟੇਸ਼ਨ ਫੀਲਡ ਨਹੀਂ ਹੈਗਾ। ਜੇ ਤੇ ਨੇਲ ਅਟਰੈਕਟ ਹੋ ਗਿਆ, ਇਹਦਾ ਮਤਲਬ ਮੈਗਨੈਟਿਕ ਫੀਲਡ ਹੈਗਾ, ਤੇ ਜੇ ਨੇਲ ਇੱਥੋਂ ਅਟਰੈਕਟ ਨਹੀਂ ਹੋਇਆ, ਇਹਦਾ ਮਤਲਬ ਸਾਡਾ ਮੈਗਨੈਟਿਕ ਫੀਲਡ ਨਹੀਂ ਹੈਗਾ। ਆਈ ਥਿੰਕ ਬੇਟਾ ਤੁਹਾਨੂੰ ਆ ਜਿਹੜੀ ਹੈ ਇਹਦੇ ਬਾਰੇ ਕਲੀਅਰ ਹੋ ਗਿਆ, ਗ੍ਰੈਵੀਟੇਸ਼ਨਲ ਫੀਲਡ। ਹੁਣ ਗੱਲ ਹੈ ਕਿ ਅਸੀਂ ਕਿੱਥੇ ਹੈਗੇ ਆ। We are also inside the gravitational field of Earth. ਕੋਈ ਵੀ ਆਬਜੈਕਟ ਦੁਨੀਆ ਦੇ ਵਿੱਚ ਜਿੱਥੇ ਵੀ ਅਰਥ ਉੱਪਰ ਕੁਝ ਵੀ ਹੈ, ਸਾਰੇ ਜਿਹੜੇ ਨੇ ਗ੍ਰੈਵੀਟੇਸ਼ਨਲ ਫੀਲਡ ਦੇ ਜਿਹੜੇ ਨੇ ਉਹ ਅੰਡਰ ਹੀ ਹੈਗੇ ਨੇ। ਤੇ ਜੇ ਗ੍ਰੈਵੀਟੇਸ਼ਨ ਫੀਲਡ ਤੋਂ ਬਾਹਰ ਹੁੰਦੇ ਆ, ਫਿਰ ਜਿਹੜੀ ਉਹ ਬਾਡੀ ਦੁਆਰਾ ਅਰਥ ਉੱਪਰ ਨਹੀਂ ਆਉਂਦੀ। ਨਾਓ ਨੈਕਸਟ ਟੌਪਿਕ ਹੈ, what is intensity of gravitational field। ਹੁਣ ਅਸੀਂ ਗ੍ਰੈਵੀਟੇਸ਼ਨਲ ਫੀਲਡ ਦੀ ਇੰਟੈਂਸਿਟੀ, ਉਹਦੀ ਸਟਰੈਂਥ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਉਹਦੀ ਕਿੰਨੀ ਤਾਕਤ ਹੈ ਗ੍ਰੈਵੀਟੇਸ਼ਨਲ ਫੀਲਡ ਦੀ। ਹਾਂਜੀ ਬੇਟਾ, ਆਓ ਇਸ ਨੂੰ ਪਹਿਲਾਂ ਅਸੀਂ ਡਾਇਗਰਾਮ ਦੇ ਥਰੂ ਡਿਸਕਸ ਕਰਦੇ ਹਾਂ, ਬਾਅਦ ਵਿੱਚੋਂ ਇਹਦੀ ਅਸੀਂ ਜਿਹੜੀ ਹੈ ਡੈਫੀਨੇਸ਼ਨ ਲਿਖਾਂਗੇ। ਨਾਓ ਸਪੋਜ਼ ਦਿਸ ਇਜ਼ ਅ ਬਾਡੀ ਜਿਹਦਾ ਸੈਂਟਰ ਕਿਹੜਾ ਹੈ, ਉਹ ਇਹ ਕੋਈ ਬਾਡੀ ਹੈ, ਇਟ ਮੇ ਬੀ ਅਰਥ, ਇਹ ਅਰਥ ਵੀ ਹੋ ਸਕਦੀ, ਕੋਈ ਵੀ ਬਾਡੀ ਹੈ। ਹਰ ਇੱਕ ਬਾਡੀ ਦੇ ਆਲੇ ਦੁਆਲੇ ਬੇਟਾ ਸਪੇਸ ਹੁੰਦੀ ਹੈ। ਜਿੰਨੀ ਬਾਡੀ ਵੱਡੀ ਹੋਏਗੀ,
ਜਿੰਨਾ ਉਹਦਾ ਮਾਸ ਜ਼ਿਆਦਾ ਹੋਏਗਾ, ਵੱਡੀ ਹੋਏਗੀ, ਉਹਦਾ ਫਿਰ ਗ੍ਰੈਵਿਟੇਸ਼ਨ ਫੀਲਡ ਵੀ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਸਪੋਜ਼ ਦਿਸ ਇਜ਼ any spherical shape body, suppose it is earth, मान लो ये अर्थ है, सेंटर O है, मास कितना है m, ते एदा जेड़ा है अपना रेडियस कितना हैगा r हैगा। हाँ जी क्लियर। ए एक मैं डॉटेड लाइन जेड़ी है शो कीती है, ए पूरी एदे आले दुआले आएगी। ए डॉटेड लाइन का मतलब है कि अर्थ दा इथों तक ग्रेविटेशनल फील्ड है, ਇਹਦੇ ਅੰਡਰ ਜਿੱਥੇ ਮਰਜੀ ਬੋਡੀ ਆ ਗਈ ਉਹਨੇ ਅਰਥ ਵਾਲੇ ਪਾਸੇ ਜਿਹੜਾ ਹੈ ਸੈਂਟਰ ਵੱਲ ਅਟਰੈਕਟ ਹੋ ਜਾਣਾ ਹੈ। ਇਹ ਜਿਹੜੀ ਡਾਟਡ ਲਾਈਨ ਹੈ ਇਟ ਇਜ਼ ਜਸਟ ਗ੍ਰੈਵਿਟੇਸ਼ਨਲ ਫੀਲਡ। ਇਹ ਮੈਂ ਲਾਈਨ ਜਿਹੜੀ ਹੈ ਸ਼ੋ ਕੀਤੀ ਹੈ। ਸਪੋਜ਼ ਕਿ ਫੀਲਡ ਜਿਹੜਾ ਅਰਥ ਦਾ ਇਸ ਪੁਆਇੰਟ ਤੱਕ ਹੈ, ਸਾਰੇ ਪਾਸੇ ਆਲ ਅਰਾਊਂਡ ਦਾ ਅਰਥ, ਇਹ ਸਾਡੀ ਗ੍ਰੈਵਿਟੇਸ਼ਨਲ ਫੀਲਡ ਵਾਲੀ ਬੇਟਾ ਲਾਈਨ ਆ ਗਈ। Now, if I place a body at point P, मान लो भी इत्थे एक बॉडी रखी P पॉइंट दे उत्ते, बॉडी है जिहदा मास m नॉट, इहनूं बोलदे आ m नॉट, जीरो नूं असीं पढ़ांगे नॉट। P पॉइंट दे उत्ते एक मैं बॉडी रख देना है जिहदा मास कितना है m नॉट। इस मास नूं असीं बोलांगे टेस्ट मास। यह जिहड़ा मास है इट इज कॉल्ड टेस्ट मास। टेस्ट मास क्यों है? क्योंकि इन्हें चेक करके देना है, इन्हें टेस्ट करके देना है कि इत्थे इस अर्थ दा ग्रेविटेशनल फील्ड हैगा कि नहीं हैगा, ज्यादा हैगा कि घट हैगा। वो सानू जेड़ा इहो मास जेड़ा सानू आइडिया देगा। इस करके इसनूं असीं बोलदे हां टेस्ट मास। यह बहुत ही स्मॉल जेड़ा मास हुंदा है। नाउ ਅਸੀਂ ਕੀ ਕੀਤਾ, ਇਹ ਅਰਥ, ਇਹ ਇਹਦਾ ਗ੍ਰੈਵਿਟੇਸ਼ਨਲ ਫੀਲਡ ਜਿੱਥੋਂ ਤੱਕ ਇਹਦਾ ਅਸਰ ਹੈਗਾ, ਗ੍ਰੈਵਿਟੇਸ਼ਨਲ ਫੀਲਡ ਦੇ ਅੰਦਰ, ਉਹਦੇ ਅੰਦਰ ਮੈਂ ਇੱਕ P ਪੁਆਇੰਟ ਲੈ ਲਿਆ, ਜਿੱਥੇ ਮਰਜ਼ੀ ਲੈ ਲਓ। ਉਸ P ਪੁਆਇੰਟ ਦੇ ਉੱਤੇ ਇੱਕ ਮੈਂ ਬੋਡੀ ਰੱਖ ਦਿੱਤੀ ਵੈਰੀ ਸਮਾਲ ਸਾਈਜ਼ ਵਾਲੀ, ਜਿਹਦਾ ਆਪਣਾ ਮਾਸ ਕਿੰਨਾ ਹੈਗਾ m ਨॉट। ਪਹਿਲਾਂ ਤੇ ਮੈਨੂੰ ਇਹ ਜਵਾਬ ਦਿਓ, what will happen to this m ਨॉट? ਕੀ ਹੋਏਗਾ? m ਨॉट ਜਿਹੜੀ ਹੈ ਉਹ ਕੀ ਅਟਰੈਕਟ ਹੋਏਗੀ ਅਰਥ ਵੱਲ ਕਿ ਨਹੀਂ ਹੋਏਗੀ? ਪਹਿਲਾਂ ਤੁਸੀਂ ਆਪ ਸੋਚੋ, whether the m naught will get attracted towards the earth or not। ਹਾਂਜੀ ਹੋਏਗੀ। ਕਿਉਂ ਹੋਏਗੀ? ਕਿਉਂਕਿ ਜਿਹੜਾ ਆ ਪੁਆਇੰਟ P ਹੈ ਗ੍ਰੈਵਿਟੇਸ਼ਨਲ ਫੀਲਡ ਦੇ ਅੰਦਰ ਹੈਗਾ, ਇਸ ਕਰਕੇ ਇਹਨੇ ਇਹਦੇ ਨਾਲ ਅਟਰੈਕਸ਼ਨ ਕਰ ਜਾਣੀ ਹੈ। ਕਲੀਅਰ ਬੇਟਾ। ਤੇ ਜੇ ਇਹੋ ਪੁਆਇੰਟ ਇੱਥੇ ਹੁੰਦਾ, ਮੰਨ ਲਓ ਗ੍ਰੈਵਿਟੇਸ਼ਨ ਫੀਲਡ ਦੇ ਬਾਹਰ ਹੁੰਦਾ, then what will happen? ਜਿਹੜਾ m ਨॉट ਹੈ ਉਹਦੇ ਉੱਪਰ ਕੋਈ ਅਸਰ ਨਹੀਂ ਹੋਣਾ ਸੀ, ਉਹਨੇ ਉਹਦੇ ਨਾਲ ਅਟਰੈਕਟ ਨਹੀਂ ਹੋਣਾ, ਕਿਉਂਕਿ ਉਹ ਗ੍ਰੈਵਿਟੇਸ਼ਨ ਫੀਲਡ ਤੋਂ ਸਾਡੀ ਉਹ ਬਾਹਰ ਹੈਗੀ। ਨਾਓ ਜਦੋਂ ਮੈਂ ਬਾਡੀ ਨੂੰ P ਪੁਆਇੰਟ ਤੇ ਰੱਖਿਆ, ਇਹਦਾ ਡਿਸਟੈਂਸ ਮੈਂ ਦੇਖਿਆ ਸੈਂਟਰ ਤੋਂ। ਬੇਟਾ ਹਮੇਸ਼ਾ ਡਿਸਟੈਂਸ ਜਿਹੜੇ ਨੇ ਸੈਂਟਰ ਟੂ ਸੈਂਟਰ ਲਈਦਾ। ਅੱਗੇ ਮੈਂ ਦੱਸਿਆ ਸੀ ਕਿ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਇਟ ਇਜ਼ ਸੈਂਟਰਲ ਇਨ ਨੇਚਰ, ਤੇ ਹਮੇਸ਼ਾ ਡਿਸਟੈਂਸ ਸੈਂਟਰ ਟੂ ਸੈਂਟਰ ਲੈਣਾ। ਨਾਓ ਇਹ ਦੋਨਾਂ ਬਾਡੀ ਵਿੱਚ ਸੈਂਟਰ ਟੂ ਸੈਂਟਰ ਡਿਸਟੈਂਸ ਕਿੰਨਾ ਹੈਗਾ? x ਹੈਗਾ। ਨਾਓ ਡਿਸਟੈਂਸ x ਹੈ, ਇੱਕ ਦਾ ਮਾਸ m, ਇੱਕ ਦਾ ਮਾਸ m ਨॉट, डिस्टेंस भी है ते ग्रेविटेशन फील्ड दे अंडर भी है। देन व्हाट विल हैपन? दोनों दे विच एक फोर्स ऑफ ग्रेविटेशन पैदा होएगी ते वो न्यूटन लॉ दे अकॉर्डिंग की फार्मूला सी F इज इक्वल टू G, ध्यान ही आना है, m1 m2, पहला मास दूजा मास। पहला मास केड़ा है? साडे कोल आ गया m, दूजा मास केड़ा है? साडे कोल आ गया m नॉट, ਤੇ ਦੋਨਾਂ ਦੇ ਵਿੱਚ ਡਿਸਟੈਂਸ ਕਿੰਨਾ ਹੈ? ਇਹ ਡਿਸਟੈਂਸ ਆ ਗਿਆ x, ਉੱਪਰ ਆ ਜਾਏਗਾ ਸਕੁਅਰ, ਕਿਉਂਕਿ ਇਹ ਇਨਵਰਸ ਸਕੁਅਰ ਲਾਅ ਨੂੰ ਜਿਹੜਾ ਹੈ ਓਬੇ ਕਰਦੀ ਹੈ। ਥੱਲੇ r ਸਕੁਅਰ ਲਿਖਿਆ ਸੀ ਤੇ ਅੱਜ ਸਾਡੇ ਕੋਲ ਕਿੰਨਾ ਆ ਜਾਏਗਾ? x ਦਾ ਸਕੁਅਰ ਆ ਜਾਏਗਾ। ਹਾਂਜੀ ਬੇਟਾ ਕਲੀਅਰ। ਇਹ ਦੋਨੋਂ ਬਾਡੀਜ਼ ਇੱਕ ਦੂਜੇ ਨੂੰ ਅਟਰੈਕਟ ਹੋਣਗੀਆਂ ਤੇ ਇਹ ਬਾਡੀ ਕਿੱਧਰ ਜਾਏਗੀ? that body will move towards the center of earth। ਇਹ ਇਧਰ ਨੂੰ ਜਿਹੜੀ ਹੈ ਉਧਰ ਨੂੰ ਜਿਹੜਾ ਮੂਵ ਕਰ ਜਾਏਗੀ। ਹਾਂਜੀ ਬੇਟਾ ਕਲੀਅਰ।
Now this is the force experienced by a body whose mass is m naught. Now जेकर मैं इथे मान लवा कोई पॉइंट Q, हुण ध्यान नाल सुनना जरा, इथे पॉइंट मैं Q मान लिया, इथे मैं बॉडी रख देना है m नॉट Q पॉइंट ते। हुण डिस्टेंस इथों लैके इथों तक जे मैं डिस्टेंस लिखदा है, सपोज इट इज r। हुण अपने आप सोचो, पहला डिस्टेंस ज्यादा सी, जे डिस्टेंस ज्यादा है ते फोर्स घट एक्सपीरियंस होएगी, ते Q पॉइंट ते डिस्टेंस घट गया, दोनों बॉडी विच डिस्टेंस डिक्रीज हो गया। जे डिस्टेंस घटेगा इनवर्सली है ते साडी जिहड़ी फोर्स है वो इंक्रीज हो जाएगी। प्लीज टेल एट विच पॉइंट द m नॉट विल एक्सपीरियंस ग्रेटर फोर्स। ज्यादा फोर्स किथे लगेगी m नॉट दे ऊपर, P पॉइंट दे उत्ते के Q पॉइंट दे उत्ते। आंसर की आएगा Q पॉइंट दे ऊपर ज्यादा फोर्स एक्सपीरियंस करेगा। क्यों करेगा? क्योंकि Q पॉइंट इज नियर द अर्थ, उन्हां विच डिस्टेंस घट होने करके उत्थे जिहड़ी है फोर्स ज्यादा होएगी। इहदा मतलब आ भी पॉइंट ग्रेविटेशन फील्ड दे अंडर, ए भी पॉइंट ग्रेविटेशन फील्ड दे अंडर, ते जे इथे कोई पॉइंट मैं A लिख देना है, ए भी पॉइंट ग्रेविटेशन फील्ड दे अंडर है, पर कि हर जगह दे उत्ते अर्थ दी जिहड़ी फोर्स है ओदी वैल्यू सेम आ रही है? हर जगह ते सेम नहीं है। इन्हां तिन्नां पॉइंटां विच सब नालों ज्यादा फोर्स किथे लगेगी? A पॉइंट दे उत्ते। क्यों? क्योंकि A पॉइंट का डिस्टेंस बहुत घट गया। जिन्ना डिस्टेंस घट होएगा उन्नी फोर्स ज्यादा एक्सपीरियंस करेगा। इसदा मतलब जिहड़ी फोर्स है FA वाली वो ग्रेटर होएगी FQ नालों, ग्रेटर होएगी FP नालों। सारे ही पॉइंट ग्रेविटेशनल फील्ड दे अंडर ने, पर हर जगह दे उत्ते अर्थ दी ग्रेविटेशनल जिहड़ी पुल है ओदी इंटेंसिटी जिहड़ी है, ओदी स्ट्रेंथ जिहड़ी है हर पॉइंट दे उत्ते सेम नहीं है। ए हर पॉइंट दे उत्ते वेरी करदी है। ज्यादा किथे हुंदी है? नियर द अर्थ, अर्थ दे लागे, जिहदा ग्रेविटेशनल फील्ड इंटेंसिटी चेक कर रहे हैं ओदे लागे जिहड़ी हैगी ओदी इंटेंसिटी ज्यादा हुंदी है। ज्यों-ज्यों दूर जाओगे ते साडी इंटेंसिटी जिहड़ी है वो घट जाएगी। ते दसो इस पॉइंट दे उत्ते कितनी होएगी? कोई इथे पॉइंट है सपोज B, इथे ग्रेविटेशनल फील्ड इंटेंसिटी कितनी होएगी? द आंसर विल बी 0। वाई 0? बिकॉज दैट पॉइंट इज आउट ऑफ ग्रेविटेशनल फील्ड। ज्यों-ज्यों दूर जाओगे ग्रेविटेशन फील्ड इंटेंसिटी घट गई, घट गई, घट गई, ते जो ग्रेविटेशन फील्ड तो बाहर हो गए उत्थे ओदी इंटेंसिटी है ही नहीं। हाँ जी बेटा, क्लियर? ਇਹਦਾ मतलब स्पेस अराउंड द बॉडी जिथों तक ओदा ग्रेविटेशनल पुल देखा जाएगा ओदे ग्रेविटेशनल फील्ड हो गया कि इस ग्रेविटेशनल फील्ड दे अंडर हर जगह दे उत्ते इंटेंसिटी सेम है? नहीं है। किथे ज्यादा है? नियर द बॉडी। जिहदा ग्रेविटेशन फील्ड इंटेंसिटी फाइंड कर रहे हैं, मान लो अर्थ दी फाइंड कर रहे हैं, अर्थ दे नियर जिहड़ी है इंटेंसिटी ज्यादा होएगी, अगे घट जाएगी, होर अगे जाके वो घटती जाएगी। हाँ जी बेटा, क्लियर? आई थिंक तुहानू इथों तक जिहड़ा है ए क्लियर हो गया। नाउ इस तो बाद सब नाल पहला असीं इहदी जिहड़ी है डेफिनेशन जिहड़ी आपां लिखदे हां कि ग्रेविटेशनल फील्ड इंटेंसिटी दी जिहड़ी है मेन डेफिनेशन की है। नाउ हाँ जी बेटा, क्लियर? इथों तक। नाउ दिस इज अर्थ, रेडियस r, मास ए P पॉइंट, ਇਹਦਾ डिस्टेंस कितना है सेंटर तो x। P पॉइंट ते की रखिया मैं? मास। की नाम है मास दा? टेस्ट मास। ਇਹਦਾ की काम है? ਇਹ दसेगा इथे इंटेंसिटी कितनी है। जे ते फोर्स ज्यादा लगी इन्हें कहना इथे इंटेंसिटी ज्यादा है, ते जे इथे फोर्स घट एक्सपीरियंस करता है फिर अं कहांगे इथे ग्रेविटेशन फील्ड की इंटेंसिटी घट है, ते जे इथे बिल्कुल नहीं लगती बाई चांस असीं कहांगे इथे इंटेंसिटी है ही नहीं। क्लियर? नाउ दिस इज अ फोर्स एक्सपीरियंस्ड बाय m नॉट।
ਤੇ ਗ੍ਰੈਵੀਟੇਸ਼ਨਲ ਫੀਲਡ ਇੰਟੈਂਸਿਟੀ ਨੂੰ ਅਸੀਂ I ਦੇ ਨਾਲ ਡਿਨੋਟ ਕਰਨਾ ਹੈ। ਵਾਟ ਇਜ਼ I? I is the intensity of gravitational field. It is the force experienced by a unit mass. ਜਿਹੜੀ ਫੋਰਸ ਇੱਕ ਯੂਨਿਟ ਮਾਸ ਐਕਸਪੀਰੀਅੰਸ ਕਰੇਗਾ। ਛੋਟੀ ਜੀ ਬਾਡੀ ਮੈਂ ਬੋਲੀ ਸੀ, ਬਾਡੀ ਨੂੰ ਇੰਨਾ ਛੋਟਾ ਰੱਖਣਾ ਹੈ ਕਿ ਇਹਦਾ ਆਪਣਾ ਫੀਲਡ ਨਹੀਂ ਹੋਣਾ ਚਾਹੀਦਾ। ਮੈਂ ਕੀ ਦੱਸਿਆ ਬੇਟਾ, ਮੰਨ ਲਓ ਆਹ ਬਾਡੀ ਹੈ, ਇਹਦੇ ਦੁਆਲੇ ਵੀ ਸਪੇਸ ਹੈਗੀ। ਦੇਖੋ ਇਹ ਬਾਡੀ ਹੈ ਬਹੁਤ ਛੋਟੀ, ਇਹਦੇ ਦੁਆਲੇ ਵੀ ਸਪੇਸ ਹੈ। ਉਹ ਕੀ ਹੈ? ਉਹਦਾ ਗ੍ਰੈਵੀਟੇਸ਼ਨਲ ਫੀਲਡ ਹੈ। ਹਰ ਇੱਕ ਬਾਡੀ ਦੇ ਆਲੇ ਦੁਆਲੇ ਗ੍ਰੈਵੀਟੇਸ਼ਨਲ ਫੀਲਡ ਹੈ। ਇਹ ਬਾਡੀ ਅਸੀਂ ਇੰਨੀ ਛੋਟੀ ਲੈਣੀ ਹੈ, ਯੂਨਿਟ ਮਾਸ ਲੈਣਾ ਛੋਟਾ ਜਿਹਾ, ਕਾਰਨ ਕਿ ਇਹਦਾ ਆਪਣਾ ਗ੍ਰੈਵੀਟੇਸ਼ਨਲ ਫੀਲਡ ਮੰਨ ਲਓ ਹੈ ਹੀ ਨਹੀਂ, ਬਹੁਤ ਘੱਟ ਹੈ। ਕਿਉਂ ਘੱਟ ਹੈ? ਕਿਉਂ ਘੱਟ ਹੋਣਾ ਚਾਹੀਦਾ? ਤਾਂ ਜੋ ਇਹਦਾ ਫੀਲਡ ਇਹਦੇ ਫੀਲਡ ਨੂੰ ਡਿਸਟਰਬ ਨਾ ਕਰ ਸਕੇ। ਕਿਉਂਕਿ ਅਸੀਂ ਇਹਦੀ ਇੰਟੈਂਸਿਟੀ ਚੈੱਕ ਕਰਨੀ ਹੈ, ਉਹਦੀ ਨਹੀਂ ਚੈੱਕ ਕਰ ਰਹੇ। ਆ ਨਾ ਹੋਵੇ ਇਹਦਾ ਫੀਲਡ ਸਟਰੋਂਗ ਹੋਵੇ, ਉਹ ਇਹਨੂੰ ਹੀ ਜਿਹੜਾ ਰਿਪੈਲ ਕਰ ਦੇ, ਆਪਣੇ ਵੱਲ ਅਟਰੈਕਟ ਕਰ ਲੇ। ਅਸੀਂ ਜਿਹਦੀ ਵੀ ਇੰਟੈਂਸਿਟੀ ਚੈੱਕ ਕਰਨੀ ਹੈ, ਉਹਦਾ ਜਿਹੜਾ ਗ੍ਰੈਵੀਟੇਸ਼ਨਲ ਫੀਲਡ ਦੇ ਮੁਕਾਬਲੇ ਜਿਹੜਾ ਟੈਸਟ ਮਾਸ ਹੈ, ਉਹਦਾ ਆਪਣਾ ਫੀਲਡ ਬਹੁਤ ਘੱਟ ਹੋਣਾ ਚਾਹੀਦਾ ਹੈ, so that it should not disturb the gravitational field of the body, ਜਿਹਦੀ ਇੰਟੈਂਸਿਟੀ ਜਿਹੜੀ ਹੈ ਤੁਸੀਂ ਫਾਈਂਡ ਆਊਟ ਕਰਨੀ ਹੈ। Now, what is intensity of a gravitational field? It is equal to force experienced per unit test mass. फिर सुनो, intensity of gravitational field ਕਿਹੜੇ ਪੁਆਇੰਟ ਤੇ? At point P. मैं इत्थे P पा देना। Intensity of gravitational field at point P. बेटा P पॉइंट क्यों लिखना पिया? यह सोचने वाली गल है, P पॉइंट क्यों लिखना पिया? क्योंकि हर जगह के उत्ते इंटेंसिटी सेम नहीं है। जिस पॉइंट ते लभन जा रहे हैं ओदा पॉइंट आपां लिखना है एट पॉइंट P। तो जे मैं इत्थे फर्ज करो Q पॉइंट है, इत्थे चेक करदा, फिर मैं कहूंगा इंटेंसिटी ऑफ ग्रेविटेशन फील्ड एट पॉइंट Q। हर जगह ते बेटा डिफरेंट होने करके सानू मेंशन करना पेगा एट पॉइंट। ए लाइन जरूर लिखनी है नाल। कई बच्चे डेफिनेशन की लिखते हैं इंटेंसिटी ऑफ ग्रेविटेशन फील्ड इज डिफाइंड एज। अरे हर जगह ते डिफरेंट होती है, इस करके जेड़े पॉइंट ते फाइंड आउट कर रहे हो ओदा नाम लिखना जरूरी होएगा। नाउ की आएगा? इंटेंसिटी ऑफ ग्रेविटेशनल फील्ड एट पॉइंट P। पर वो पॉइंट P किथे होएगा? इन द ग्रेविटेशनल फील्ड, क्योंकि ग्रेविटेशनल फील्ड तो बाहर ते इंटेंसिटी होएगी नहीं। ਇਹਦਾ मतलब फिर लिखो, डेफिनेशन पूरी करिए। इंटेंसिटी ऑफ ग्रेविटेशनल फील्ड एट पॉइंट P इन द पॉइंट P किथे है? इन द ग्रेविटेशनल फील्ड, ग्रेविटेशनल फील्ड दे अंदर, इन द ग्रेविटेशनल फील्ड इज इक्वल टू की दे इक्वल है? फोर्स एक्सपीरियंस्ड पर यूनिट, ਇਹਨੂੰ ਜਿਹੜਾ ओवर ਹੁੰਦਾ ਇਹਨੂੰ ਕੀ ਪੜ੍ਹਦੇ ਆ? पर यूनिट टेस्ट मास, पर यूनिट टेस्ट मास placed at that point, placed at that point। जिथे इंटेंसिटी चेक करनी है उथे ही असी उस यूनिट मास ਨੂੰ ਆਪਾਂ ਰੱਖਾਂਗੇ, ਫਿਰ ਉਹਦੀ ਜਿਹੜੀ ਹੈ ਅਸੀਂ ਉੱਥੇ ਇੰਟੈਂਸਿਟੀ ਚੈੱਕ ਕਰ ਸਕਦੇ ਹਾਂ। ਹੁਣ ਅਸੀਂ ਇਥੇ ਵੈਲਿਊ ਭਰ ਦਿੰਦੇ ਆ। F ਦੀ ਵੈਲਿਊ ਇੱਥੇ ਪੁੱਟ ਕਰ ਦੋ, G M M naught over ਸਾਡੇ ਕੋਲ ਕਿੰਨਾ x square divided by ਸਾਡੇ ਕੋਲ ਕਿੰਨਾ ਆਏਗਾ? M naught। M naught ਨਾਲ M naught ਕੀ ਹੋ ਗਿਆ ਸਾਡੇ ਕੋਲ? ਕੈਂਸਲ, ਤੇ ਸਾਡੇ ਕੋਲ ਕੀ ਆ ਗਿਆ? G M over x square। This is the formula for gravitational field intensity। यहाँ intensity of gravitational field ਦਾ formula Gm over R square। ਇਹ ਜੇ ਬੇਟਾ ਸਾਡਾ formula intensity of gravitational field ਦਾ। Now ਇਹਦੇ ਵਿੱਚ m naught ਨਹੀਂ ਆਏਗਾ, m naught ਜਿਹੜਾ ਹੈ ਉਹ ਕੈਨਸਲ ਹੋ ਗਿਆ, ਕਿਉਂਕਿ ਅਸੀਂ ਮਾਸ ਕਿਹੜਾ ਲੈ ਰਹੇ ਹਾਂ? ਯੂਨਿਟ ਮਾਸ। ਯੂਨਿਟ ਮਾਸ ਦਾ ਮਤਲਬ ਹੁੰਦਾ ਹੈ 1। ਇੰਨਾ ਛੋਟਾ ਮਾਸ ਲੈਣਾ ਹੈ ਕਿ ਉਹਦਾ ਆਪਣਾ ਕੋਈ ਗ੍ਰੈਵਿਟੇਸ਼ਨਲ ਫੀਲਡ ਜਿਹੜਾ ਹੈ ਅਸੀਂ ਕਾਊਂਟ ਨਹੀਂ ਕਰਨਾ। ਤੇ ਹੁਣ ਤੁਸੀਂ ਇਹਨੂੰ ਜਿਹੜਾ ਹੈ ਇਸ ਫਾਰਮੂਲੇ ਨੂੰ ਅਸੀਂ ਯਾਦ ਕਰਨਾ ਹੈ।
कि ग्रेविटेशनल फील्ड का फार्मूला आई का फार्मूला जिहड़ा है GM डिवाइडेड बाय R x स्क्वायर. This is the formula for gravitational field. Now, ਜਿਹੜੀ gravitational field intensity है, it is a vector quantity. पहली गल तेनू याद रखना है कि intensity of gravitational field is vector quantity. ਇਹ ਇੱਕ vector quantity है. ਤੇ ਇਹਦੀ ਡਾਇਰੈਕਸ਼ਨ ਹਮੇਸ਼ਾ ਕਿੱਧਰ ਨੂੰ ਹੋਏਗੀ? ਟੁਵਾਰਡਸ ਦਾ ਬੋਡੀ ਜਿਹਦੀ ਇੰਟੈਂਸਿਟੀ ਫਾਈਂਡ ਆਊਟ ਕਰ ਰਹੇ ਹਾਂ. ਜਿਵੇਂ ਮੈਂ ਇੱਥੇ ਅਰਥ ਬਣਾਈ ਸੀ, ਇਹ ਅਰਥ ਹੈ ਸਾਡੇ ਕੋਲ ਸੈਂਟਰ O ਤੇ ਰੇਡੀਅਸ ਕਿੰਨਾ ਹੈ R. ਆਹ ਪੁਆਇੰਟ ਸੀਗਾ P ਤੇ ਇਹਦੀ ਜਿਹੜੀ ਹੈ ਇੱਥੇ ਮਾਸ ਪਿਆ ਸੀ M ਨੂੰ ਮੈਂ ਡਾਇਗਰਾਮ ਰੱਬ ਕਰਤੀ. ਇੰਟੈਂਸਿਟੀ ਦੀ ਡਾਇਰੈਕਸ਼ਨ ਜਿਹੜੀ ਹੈ ਹਮੇਸ਼ਾ ਉਧਰ ਨੂੰ ਹੋਏਗੀ ਜਿਸ ਬੋਡੀ ਦੀ ਇੰਟੈਂਸਿਟੀ ਚੈੱਕ ਕਰ ਰਹੇ ਹਾਂ ਟੁਵਾਰਡਸ ਦਾ ਅਰਥ, ਇਧਰ ਵਾਲੇ ਪਾਸੇ ਹੋਏਗੀ ਕਿਉਂਕਿ ਅਰਥ ਨੇ ਉਹਨੂੰ ਆਪਣੇ ਵੱਲ ਕੀ ਕਰਨਾ ਹੈਗਾ? ਅਟਰੈਕਟ ਕਰਨਾ ਹੈ. ਤੇ ਹੈਗੀ ਕੀ ਹੈ? ਇਹ ਇੱਕ ਵੈਕਟਰ ਜਿਹੜੀ ਹੈ ਕੁਆਂਟੀਟੀ ਹੈ. ਤੇ ਜੇ ਇਹ ਵੈਕਟਰ ਕੁਆਂਟੀਟੀ ਹੈ ਤੇ ਜੇ ਇਹਨੂੰ ਵੈਕਟਰ ਫਾਰਮ ਚ ਲਿਖਣਾ ਹੈ ਤੇ I ਦੇ ਉੱਤੇ ਅਸੀਂ ਵੈਕਟਰ ਪਾ ਸਕਦੇ ਹਾਂ ਤੇ ਇਧਰ ਆ ਜਾਏਗਾ GM ਡਿਵਾਈਡਡ ਬਾਈ ਨੀਚੇ x ਸਕੁਅਰ. ਤੇ ਜੇ ਇਧਰ ਵੈਕਟਰ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਰਾਈਟ ਸਾਈਡ ਦੇ ਉੱਪਰ ਵੀ ਕੋਈ ਨਾ ਕੋਈ ਵੈਕਟਰ ਕੁਆਂਟੀਟੀ ਹੋਣੀ ਚਾਹੀਦੀ ਹੈ, ਰਾਈਟ ਸਾਈਡ ਦੇ ਉੱਤੇ ਵੀ. ਤੇ ਉਹ ਕਿਵੇਂ ਕਰਾਂਗੇ? ਇਹ ਤਾਂ ਸਾਰਾ ਸਕੇਲਰ ਹੈ, ਅਸੀਂ ਨਾਲ ਇੱਕ ਯੂਨਿਟ ਵੈਕਟਰ ਦੇ ਨਾਲ ਅਸੀਂ ਇਹਨੂੰ ਮਲਟੀਪਲਾਈ ਕਰ ਦਾਂਗੇ. ਨਾਲ ਅਸੀਂ ਲਗਾ ਦਿੱਤਾ ਮੰਨ ਲਓ x ਕੈਪ, ਇੱਕ ਯੂਨਿਟ ਵੈਕਟਰ ਇਨ ਦਿਸ ਡਾਇਰੈਕਸ਼ਨ. ਇਸੇ ਡਾਇਰੈਕਸ਼ਨ ਜਿਹੜਾ ਯੂਨਿਟ ਵੈਕਟਰ ਹੈ ਉਹਦੇ ਨਾਲ ਅਸੀਂ ਇਹਨੂੰ ਮਲਟੀਪਲਾਈ ਕਰ ਦਿੱਤਾ. ਨਾਲ ਅਸੀਂ ਬੇਟਾ ਇੱਥੇ ਮਾਈਨਸ ਦਾ ਜਿਹੜਾ ਹੈ ਉਹ ਸਾਈਨ ਲਗਾਉਂਦੇ ਹਾਂ. ਨੈਗੇਟਿਵ ਸਾਈਨ ਇਸ ਕਰਕੇ ਲਗਾਇਆ ਬਿਕੋਜ਼ ਕਿ ਜਿਹੜੀ ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ ਹੈ ਇਹਦੀ ਜਿਹੜੀ ਸਾਡੀ ਨੇਚਰ ਹੈ ਇਟ ਇਜ਼ ਅਟਰੈਕਟਿਵ ਇਨ ਨੇਚਰ. ਇਹ ਇੱਕ ਦੂਜੀ ਬਾਡੀ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ. ਇਸ ਕਰਕੇ ਅਸੀਂ ਇਹਦੇ ਨਾਲ ਨੈਗੇਟਿਵ ਜਿਹੜਾ ਹੈ ਅਸੀਂ ਸਾਈਨ ਲਗਾ ਦਿੱਤਾ. ਹਾਂਜੀ ਬੇਟਾ ਕਲੀਅਰ? ਇਹ ਫਾਰਮੂਲਾ ਤੁਸੀਂ ਨੋਟ ਕਰ ਲਿਆ ਕਿ ਇੰਟੈਂਸਿਟੀ ਆਫ ਗ੍ਰੈਵਿਟੇਸ਼ਨਲ ਫੀਲਡ ਇਜ਼ ਗਿਵਨ ਬਾਈ ਲਾਈਕ ਦਿਸ GM over x square. Please tell. ਇਹੋ ਜਿਹਾ ਫਾਰਮੂਲਾ ਅਸੀਂ ਆਲਰੇਡੀ ਵੀ ਪੜਿਆ ਹੋਇਆ. ਉਹ ਕਿਹੜਾ ਫਾਰਮੂਲਾ ਜਿਹੜਾ ਇਹਦੇ ਨਾਲ ਮਿਲਦਾ ਹੈ? ਦੱਸੋ ਪਹਿਲਾਂ. ਅਸੀਂ ਪੜਿਆ ਸੀ ਬੇਟਾ ਸਮਾਲ g ਦਾ ਫਾਰਮੂਲਾ ਕਿੰਨਾ ਆਇਆ ਸੀ? GM over r square. ਆ ਵੀ ਦੇਖੋ GM ਥੱਲੇ ਡਿਸਟੈਂਸ r ਲਿਖਦੇ ਆ, ਇੱਥੇ ਮੈਂ x ਲਿਖਿਆ ਹੋਇਆ. ਇਹਦਾ ਮਤਲਬ ਆ ਤੇ x ਰਿਲੇਸ਼ਨ ਹੈ, ਇਹਦਾ ਮਤਲਬ ਆ ਵੀ ਜਿਹੜੀ ਹੈ ਸਾਡੀ x ਰਿਲੇਸ਼ਨ ਹੀ ਹੋਏਗੀ. ਵੈਸੇ ਵੀ ਅਸੀਂ ਇਹਨਾਂ ਦੇ ਯੂਨਿਟ ਪੁੱਟ ਕਰ ਲਈਏ ਸਾਰਿਆਂ ਦੇ ਤੇ ਤੁਸੀਂ ਦੇਖੋਗੇ ਅਖੀਰ ਵਿੱਚ ਸਾਡੇ ਕੋਲ ਮੀਟਰ ਪਰ ਸੈਕਿੰਡ ਸਕੁਅਰ ਹੀ ਬਚਣਾ ਜੇ. ਇਹ ਸਾਰੀ ਜਿਹੜੀ ਹੈ. ਨਾਓ ਡਾਇਗਰਾਮ ਮੈਂ ਇੱਕ ਵਾਰੀ ਦੁਬਾਰਾ ਬਣਾ ਰਿਹਾ, ਦੇਖੋ ਧਿਆਨ ਦੇ ਨਾਲ. ਇਹ ਸਾਡਾ O, ਇਹ ਸਾਡਾ ਰੇਡੀਅਸ R, ਇਹ ਮਾਸ ਤੇ ਪੁਆਇੰਟ P ਇੱਥੇ ਸੀਗਾ ਤੇ ਦੋਨਾਂ ਵਿੱਚ ਡਿਸਟੈਂਸ ਸੀਗਾ ਸਾਡਾ ਕਿੰਨਾ x ਤੇ ਆ ਸਾਡਾ ਗ੍ਰੈਵਿਟੇਸ਼ਨਲ ਫੀਲਡ ਸੀਗਾ. ਇੱਥੇ ਪਈ ਸੀ ਸਾਡੇ ਕੋਲ ਜਿਹੜੀ ਹੈ ਸਮਾਲ ਸਾਈਜ਼ ਬੋਡੀ ਜਿਹੜੀ ਟੈਸਟ ਮਾਸ ਕਿੰਨਾ m0. ਹੁਣ ਸੋਚੋ ਜੇ ਆ ਪੁਆਇੰਟ P ਇੱਥੇ ਆ ਗਿਆ, ਮੰਨ ਲਓ ਪੁਆਇੰਟ P ਮੇਰਾ ਸਰਫੇਸ ਆਫ ਅਰਥ ਦੇ ਉੱਪਰ ਹੀ ਹੈ, ਇੱਥੇ ਬੋਡੀ ਪਈ ਹੈ ਦੇਖੋ m0 ਔਨ ਦਾ ਸਰਫੇਸ ਆਫ ਅਰਥ. ਦੈਨ ਪਲੀਜ਼ ਟੈਲ ਜਦੋਂ ਇੱਥੇ ਪਈ ਹੈ ਤੇ ਡਿਸਟੈਂਸ ਸਾਡਾ ਆ ਆਏਗਾ. ਹੁਣ x ਦੀ ਵੈਲਿਊ ਕਿਹਦੇ ਇਕੁਅਲ ਹੋ ਜਾਏਗੀ? ਦੈਨ x ਜਿਹੜਾ ਹੈ ਘਟਦਾ ਗਿਆ, ਘਟਦਾ ਸਾਡਾ ਉਹ ਕਿੰਨਾ ਬਣ ਜਾਏਗਾ? ਕੈਪੀਟਲ R ਦੇ ਇਕੁਅਲ ਹੋ ਜਾਏਗਾ. ਇਹਦਾ ਮਤਲਬ ਅਸੀਂ ਇੱਥੇ ਲਿਖ ਸਕਦੇ ਹਾਂ ਇਫ ਬੋਡੀ ਕਿੱਥੇ ਹੈ? body m0 is on the ਹਾਂਜੀ ਕਿੱਥੇ ਹੈ? surface of earth, then ਸਾਡੇ ਕੋਲ x ਕਿਹਦੇ ਇਕੁਅਲ ਆਏਗਾ? then x will be equal to r. ਬਿਲਕੁਲ ਰੇਡੀਅਸ ਦੇ ਉਹ ਇਕੁਅਲ ਆ ਜਾਏਗਾ. ਇਹਦਾ ਮਤਲਬ ਇੱਥੇ x ਦੀ ਜਗ੍ਹਾ ਤੇ r ਭਰ ਦਾਂਗੇ. therefore I equal to gm over ਸਾਡੇ ਕੋਲ ਕਿੰਨਾ ਆ ਗਿਆ?
ਸਾਡੇ ਕੋਲ ਆ ਗਿਆ r ਸਕੁਅਰ gm over r ਸਕੁਅਰ ਬਟ gm over r ਸਕੁਅਰ ਕਿਹਦੇ ਇਕੁਅਲ ਹੈ small g acceleration due to gravity ਇਹਦਾ ਮਤਲਬ therefore you can write I equal to g I ਜਿਹੜਾ ਹੈ g ਦੇ equal ਹੋ ਗਿਆ ਇਹਦਾ ਮਤਲਬ x intensity of gravitational field is on the surface of earth intensity of gravitational field on the surface of earth is equal to acceleration due to gravity on the surface of earth I ਤੇ g ਦੋਨੋਂ ਸੇਮ ਹੋ ਸਕਦੇ ਨੇ ਹਾਂਜੀ ਬੇਟਾ ਕਲੀਅਰ ਜੇਕਰ ਆ ਅਰਥ ਹੈ ਆ ਪੁਆਇੰਟ P ਹੈ ਫਿਰ ਸੁਣੋ ਆ ਅਰਥ ਹੋ ਗਈ ਆ ਪੁਆਇੰਟ P ਹੈ ਫਿਰ ਫਾਰਮੂਲਾ लगेगा आ वाला इंटेंसिटी ऑफ ग्रेविटेशन gm ओवर जिन्ना है डिस्टेंस है सेंटर तो जे अर्थ है आ बॉडी पई है बिल्कुल ਉਹਦੇ ਉੱਪਰ ਹੀ ਪਈ ਹੈ ਬॉडी देन फिर डिस्टेंस साडा r हो गया फिर साडा फार्मूला इंटेंसिटी ਦਾ ਸਿੰਪਲ g ਵਾਲਾ ਫਾਰਮੂਲਾ ਲੱਗ ਜਾਏਗਾ ਤੇ i ਦਾ ਯੂਨਿਟ ਕੋਈ ਬੱਚਾ ਦੱਸੇ i ਦਾ ਯੂਨਿਟ ਕੀ ਹੋਏਗਾ i ਕੀ ਦੇ ਇਕੁਅਲ ਹੈ g ਦੇ ਇਕੁਅਲ ਹੈ एक्सेलरेशन ड्यू टू ग्रेविटी ਦੇ ਇਕੁਅਲ ਹੈ ਤੇ एक्सेलरेशन ड्यू टू ग्रेविटी ਦਾ ਯੂਨਿਟ ਮੀਟਰ ਪਰ ਸੈਕਿੰਡ ਸਕੁਅਰ ਤੇ ਇਹਦਾ ਮਤਲਬ I ਦਾ ਜਿਹੜਾ ਯੂਨਿਟ ਹੈ ਇਟ ਇਜ਼ ਆਲਸੋ ਇਕੁਅਲ ਟੂ ਮੀਟਰ ਪਰ ਸੈਕਿੰਡ ਸਕੁਅਰ ਹਾਂਜੀ ਬੇਟਾ ਕਲੀਅਰ ਆਈ ਥਿੰਕ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਉਹ ਕਲੀਅਰ ਹੋ ਗਿਆ ਤੇ ਇਸ ਤੋਂ ਬਾਅਦ ਅਸੀਂ ਜਿਹੜਾ ਨੈਕਸਟ ਗ੍ਰੈਵਿਟੇਸ਼ਨਲ ਫੀਲਡ ਪੋਟੈਂਸ਼ੀਅਲ ਬਾਰੇ ਜਿਹੜਾ ਆਪਾਂ ਡਿਸਕਸ ਕਰਾਂਗੇ ਥੈਂਕ ਯੂ